ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਚੱਕਰ ਚਿਹਨ ਅਰਬਨ ਜਾਤਿ ਅਰਪਾਤ ਨਹਿਨ ਜੇਹ ਰੂਪ ਰੰਗ ਰੇਖ ਭੇਖ ਕੋ ਕਹਿ ਨਾ ਸਕਤ ਕੇਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਣ ਕਹਿਤ। ਤਾ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਣਤ ਸੁਮਤ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਡੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਜਿਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵਹੁ ਡੁਬਦੇ ਪੱਥਰ ਤਾਰੇ। ਦਇਆ ਕਰੋ ਕਿਛ ਮਿਹਰ ਉਪਾਵਹੁ ਡੁਬਦੇ ਪੱਥਰ ਤਾਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਜਗਤ ਮੁਆ ਬਿਰਥਾ ਜਨਮ ਗਵਾਏ। ਦੂਜੈ ਭਾਏ ਅਤ ਦੁਖ ਲੱਗਾ ਮਰ ਜਮੈ ਆਵੈ ਜਾਏ। ਬਿਨ ਸਤਿਗੁਰ ਸੇਵੇ ਜਗਤ ਮੁਆ ਬਿਰਥਾ ਜਨਮ ਗਵਾਏ। ਦੂਜੈ ਭਾਏ ਅਤ ਦੁਖ ਲੱਗਾ ਮਰ ਜਮੈ ਆਵੈ ਜਾਏ। ਵਿਸ਼ਟਾ ਅੰਦਰ ਵਾਸ ਹੈ ਫਿਰ ਜੂਨੀ ਪਾਏ। ਨਾਨਕ ਬਿਨ ਨਾਵੈ ਜਮ ਮਾਰਸੀ ਅੰਤ ਗਿਆ ਪਛਤਾਏ। ਮਹੱਲਾ ਤੀਜਾ। ਇਸ ਜਗ ਮਹਿ ਪੁਰਖ ਏਕ ਹੈ ਹੂਰ ਸਗਲੀ ਨਾਰ ਸੁਬਾਈ। ਸਭ ਘਾਟ ਭੋਗ ਵੈ ਅਲਿਪਤ ਰਹੈ ਅਲਖਨ ਲਖਣਾ ਜਾਈ। ਪੂਰੇ ਗੁਰ ਵੇਖਾਲਿਆ ਸਬਦੇ ਸੋਝੀ ਪਾਈ। ਪੁਰਖੈ ਸੇਵ ਹੈ ਸੇ ਪੁਰਖ ਹੋਵੈ ਜਿਨੀ ਹਉਮੈ ਸ਼ਬਦ ਜਲਾਈ। ਤਿਸ ਕਾ ਸ਼ਰੀਕ ਕੋ ਨਹੀਂ ਨਾ ਕੋ ਕੰਟਕ ਵੈਰਾਈ। ਨਿਹਤ ਰਾਜ ਹੈ ਸਦਾ ਤਿਸ ਕੇਰਾ ਨਾ ਆਵੈ ਨਾ ਜਾਈ। ਹਰ ਦਿਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ। ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ। ਪੌੜੀ। ਜਿਨ ਕੈ ਹਰ ਨਾਮ ਵਸਿਆ ਸਦ ਹਿਰਦੈ ਹਰ ਨਾਮੋ ਤਿਨ ਕਉ ਰਖਣ ਹਾਰਾ। ਹਰ ਨਾਮ ਪਿਤਾ ਹਰ ਨਾਮੋ ਮਾਤਾ ਹਰ ਨਾਮ ਸਖਾਈ ਮਿੱਤਰ ਹਮਾਰਾ। ਹਰ ਨਾਵੈ ਨਾਲ ਗੱਲਾਂ ਹਰ ਨਾਵੈ ਨਾਲ ਮਸਲਤ। ਹਰ ਨਾਮ ਹਮਾਰੀ ਕਰਦਾ ਨਿਤ ਸਾਰਾ। ਹਰ ਨਾਮ ਹਮਾਰੀ ਸੰਗਤ ਅਤ ਪਿਆਰੀ।
ਹਰ ਨਾਮ ਕੁਲ ਹਰ ਨਾਮ ਪਰਵਾਰ, ਜਨ ਨਾਨਕ ਕਉ ਹਰ ਨਾਮ ਹਰ ਗੁਰ ਦੀਆ। ਹਰ ਹਲਤ ਪਲਤ ਸਦਾ ਕਰੇ ਨਿਸਤਾਰਾ, ਹਰ ਨਾਮ ਹਮਾਰੀ ਸੰਗਤ ਅਤ ਪਿਆਰੀ। ਹਰ ਨਾਮ ਕੁਲ ਹਰ ਨਾਮ ਪਰਵਾਰਾ, ਜਨ ਨਾਨਕ ਕਉ ਹਰ ਨਾਮ ਹਰ ਗੁਰ ਦੀਆ। ਹਰ ਹਲਤ ਪਲਤ ਸਦਾ ਕਰੇ ਨਿਸਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨੂੰ ਅੱਜ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ। ਦਿਨ ਦੁਨੀਆ ਦੇ ਵਾਲੀ, ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਿੱਤਰ ਕਲਿਆਣਕਾਰੀ ਗੋਦ ਅੰਦਰ ਅੰਮ੍ਰਿਤ ਵੇਲੇ ਤੋਂ ਨਾਮ ਦੀ ਵਰਖਾ ਹੋ ਰਹੀ ਹੈ। ਪੰਜ ਬਾਣੀਆਂ ਦੇ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਵਾਹਿਗੁਰੂ ਮੰਤਰ ਦੇ ਜਾਪ, ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਹਨ। ਉਪਰੰਤ ਲੜੀਵਾਰ ਗੁਰਬਾਣੀ ਦੀ ਕਥਾ ਜੋ ਆਪ ਜੀ ਰੋਜ਼ ਸਰਵਣ ਕਰਦੇ ਹੋ। ਵਡਹੰਸ ਦੀ ਵਾਰ ਵਿੱਚੋਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਲੋਕ ਔਰ ਪੌੜੀਆਂ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ, ਜਿਨ੍ਹਾਂ ਦੀ ਆਪਾਂ ਰੋਜ਼ ਵਿਚਾਰ ਕਰਦੇ ਹਾਂ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਸਰਦਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਬਚਨ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਬਾਬਤ ਭੱਟਾਂ ਨੇ ਉਹਨਾਂ ਦੀ ਵਡਿਆਈ ਵਿੱਚ ਬਚਨ ਕਥਨ ਕੀਤੇ ਹਨ। ਘਨ ਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਨੰਤ ਨਾ ਆਵੈ। ਰਾਵ ਸਸ ਕਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹਿ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਇੰਨੀ ਵੱਡੀ ਵਡਿਆਈ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਭੱਟਾਂ ਨੇ ਕਥਨ ਕੀਤੀ ਹੈ। ਉਹ ਕਹਿੰਦੇ ਨੇ, ਘਨ ਹਰ ਬੂੰਦ ਬਸੋਰੋ ਮਾਵਲ। ਜਦੋਂ ਮੀਂਹ ਪੈਂਦਾ, ਜਦੋਂ ਬੱਦਲ ਬਰਸਦਾ ਤੇ ਕਿੰਨੀਆਂ ਕਣੀਆਂ, ਕਿੰਨੀਆਂ ਪਾਣੀ ਦੀਆਂ ਬੂੰਦਾਂ ਧਰਤੀ ਤੇ ਡਿੱਗਦੀਆਂ ਨੇ, ਕੋਈ ਗਿਣਤੀ ਨਹੀਂ ਹੈ। ਕੁਸਮ ਬਸੰਤ ਗਨੰਤ ਨ ਆਵੈ। ਕੁਸਮ ਫੁੱਲਾਂ ਨੂੰ ਕਹਿੰਦੇ, ਬਸੰਤ ਰੁੱਤ ਵਿੱਚ ਖਿੜਨ ਵਾਲੇ ਫੁੱਲਾਂ ਦੀ ਕੋਈ ਗਿਣਤੀ ਨਹੀਂ ਹੁੰਦੀ। ਰਾਵਸਸ ਕਿਰਨ ਉਦਰ ਸਾਗਰ ਕੋ, ਕਹਿੰਦੇ ਸੂਰਜ ਤੇ ਚੰਦਰਮਾ ਦੀਆਂ ਕਿਰਨਾਂ ਦੀ ਕੋਈ ਗਿਣਤੀ ਨਹੀਂ। ਸਾਗਰ ਦਾ ਜਿਹੜਾ ਥਾਂ ਉਹ ਕੋਈ ਨਹੀਂ ਪਾ ਸਕਦਾ। ਗੰਗ ਤਰੰਗ ਅੰਤ ਕੋ ਪਾਵੈ। ਗੰਗਾ ਤੇ ਉੱਠਣ ਵਾਲੀਆਂ ਤਰੰਗਾਂ ਦਾ ਕੌਣ ਅੰਤ ਪਾ ਸਕਦਾ? ਕਿੰਨੀਆਂ ਲਹਿਰਾਂ ਉੱਠਦੀਆਂ ਨੇ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਸ਼ਿਵ ਜੀ ਦਾ ਧਿਆਨ ਤੇ ਗੁਰੂ ਦਾ ਗਿਆਨ ਕਿੰਨਾ ਡੂੰਘਾ, ਕੌਣ ਮਾਪ ਕੇ ਦੱਸੇ। ਕਬ ਜਨ ਭਲ ਉਨਹਿ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਕਹਿੰਦੇ ਨੇ ਇਹ ਵਸਤੂਆਂ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ, ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣ ਨਹੀਂ ਗਿਣੇ ਜਾ ਸਕਦੇ। ਉਹਨਾਂ ਦੇ ਗੁਣਾਂ ਦੀ ਕੋਈ ਗਿਣਤੀ ਨਹੀਂ, ਕੋਈ ਅੰਤ ਨਹੀਂ ਹੈ। ਗੁਰੂ ਸਾਹਿਬ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ ਹੁੰਦੇ ਨੇ। ਇਸ ਕਰਕੇ ਉਹ ਸਾਡੀ ਸਮਰੱਥਾ ਤੋਂ, ਜਿੱਥੋਂ ਤੱਕ ਅਸੀਂ ਆਪਣੀ ਕਲਪਨਾ ਵਿੱਚ ਉਹਨਾਂ ਦੀ ਸਮਰੱਥਾ ਜਾਣੀ ਹੁੰਦੀ, ਉਦੋਂ ਵੀ ਕਿਤੇ ਵੱਧ ਮਹਾਰਾਜ ਦੀ ਸਮਰੱਥਾ ਹੁੰਦੀ ਹੈ। ਜਿੱਥੋਂ ਤੱਕ ਸਾਡੇ ਮਨ ਦੀ ਉਡਾਰੀ ਹੋਵੇ, ਉਦੋਂ ਕਿਤੇ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਸਮਰੱਥ ਹੁੰਦੇ ਨੇ। ਇਸ ਲਈ ਭੱਟਾਂ ਨੇ ਆਖਿਆ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਉਪਮਾ ਸਿਰਫ ਉਹਨਾਂ ਨੂੰ ਬਣ ਆਉਂਦੀ ਹੈ। ਹੋਰ ਕਿਸੇ ਵਸਤੂ, ਕਿਸੇ ਪਦਾਰਥ ਨਾਲ, ਭਾਵੇਂ ਉਹ ਤਿੰਨਾਂ ਲੋਕਾਂ 'ਚ ਹੈ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਕਿਸੇ ਪਦਾਰਥ ਨਾਲ ਉਪਮਾ ਨਹੀਂ ਕੀਤੀ ਜਾ ਸਕਦੀ। ਐਸੇ ਮਹਾਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਸ਼ਲੋਕ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਜਗਤ ਮੁਆ, ਬਿਰਥਾ ਜਨਮ ਗਵਾਏ। ਸਤਿਗੁਰੂ ਸਾਹਿਬ ਜੀ ਦੀ ਸੇਵਾ ਕੀਤੇ ਤੋਂ ਬਿਨਾਂ, ਜੋ ਸੇਵਾ ਗੁਰੂ ਸਾਹਿਬ ਨੇ ਦੱਸੀ ਹੋਵੇ ਉਹ, ਔਰ ਗੁਰੂ ਸਾਹਿਬ ਦੀ ਸੇਵਾ ਕੀਤੇ ਤੋਂ ਬਿਨਾਂ ਕਹਿੰਦੇ ਜਗਤ ਮਰਦਾ, ਮਰਨ ਜੰਮਣ ਦੇ ਗੇੜ 'ਚ ਪਿਆ।
क्योंकि छुटकारा गुरु साहब जी की सेवा ने करवाना हुंदा ते बिन सतगुर सेवे जगत मुआ। क्यों जगत जन्म मरण के गेड़ च पिया? क्योंकि गुरु साहब जी की सेवा च नहीं लगा। आनंद साहब की आपां बाणी पढ़ते हैं, तीसरे पातशाह जी की उचारण की हुई, जे को गुर ते वेमुख होवै बिन सतगुर मुक्त न पावै। मुक्त न पावै होर था कोई पुछो विवेकियां जाए। कहते ज्ञानवंतां नूं जाके पुछ लो, गुरु तो बिना कोई मुक्त कर सकदा भाई? कोई नहीं कर सकता। ये बंधना तो खलासी सिर्फ सतगुरु जी ने कृपा करके कराउणी हुंदी। ते जे महाराज की शरण विच नहीं आए, कहते तां ही तां जगत मर जम रहा भाई। बिन सतगुर सेवे जगत मुआ बिरथा जन्म गवाए। किन्ने लोग ने जगत के जिहड़ा इन्ना कीमती जन्म अपना व्यर्थ गवा के चले जाते संसार तो, सिर्फ इस करके गुरु की दसी हुई सेवा नहीं कर सकते। महाराज की सेवा कीते तो बगैर कहते सारा जन्म व्यर्थ गवा के किन्ना संसार चलिया जाता। दूजे भाए अत दुख लगा मर जमै आवे जाए। कहते द्वैत भाव लगन करके बंदे दुखी होंदे। दूजे भाए का दूजे का अर्थ होंदा दुविधा, द्वैत। एक थां ते अपनी टेक ना होनी, मन की डावां डोल जिहड़ी स्थिति हुंदी उहनूं दुविधा कहंदे। बस कहंदे मन विच वो दुविधा होण करके दुख लग जांदे। दूजे पाए अत दुख लगा मर जमै आवे जाए। फिर की हुंदा? दुविधा मन च लगी होण करके प्राणी आउंदा जांदा, मरदा जन्मदा, फिर जन्म लैंदा, फिर मर जांदा। मरै जमै मरै मरै फिर जमै, बहुत सजाए पया देश लम्मै। कहंदे जन्म मरण की सज़ा लम्मे समय लई लग जाती। फिर क्यों? क्योंकि मन च दुविधा सी, प्रतीत नहीं आई। कल भी आपां विचार कीते सी, सतगुर की प्रतीत ना आई आ शब्द ना लागो भाव। गुरु साहब जी ते भरोसा ना होना, इस करके मन च दुविधा बनी रहनी भाई पता नहीं मत्था टेकिया कोई फल मिलता भी है कि नहीं मिलता, पता नहीं नितनेम नाल कोई अग्गा सवरेगा भी कि नहीं सवरेगा, पता नहीं गुरु साहब जी परलोक विच भला कर भी सकते हैं कि नहीं कर सकते, पता नहीं कोई परलोक हुंदा भी है कि नहीं हुंदा। ऐसी दुविधा मन च होनी। उस करके प्रतीत नहीं आउंदी, ते जे प्रतीत नहीं आउंदी फिर शब्द नाल प्रेम नहीं बनता। इसे करके कहंदे जगत मरदा जमदा भाई, क्योंकि मन च दुविधा। गुरु साहब के बचनों कहंदे ने, जो इस मारे सोई सूरा, जो इस मारे सोई पूरा, जो इस मारे सोई जति, जो इस मारे ते सो है गति। इस दुविधा नूं जिहड़े मार लैंदे सूरमे ने, जिहड़े इस दुविधा नूं मार लैंदे पूरे ने, जिहड़े इस दुविधा नूं मार लैंदे उन्हां दी गति हुंदी, जिहड़े इस दुविधा नूं अपने अंदरों खत्म कर लैंदे कहंदे असल च जति उही ने। ते फिर अखीर ते महाराज कहंदे गुर दुविधा जा की है मारी, कहो नानक सो ब्रह्म विचारी। गुरु साहब ने कृपा करके जिन्हां दे अंदरों ये द्वंदवाद ये दुविधा खत्म कर दिते, वो ब्रह्म दी विचार करने वाले हो जाते। फिर महाराज कहंदे इस दुविधा घर बहुते गल है, इस दुविधा ने बड़े शरीर नाश कर छड्डे ने। क्योंकि एक तो प्रतीत नहीं आनी, वो दुविधा खत्म नहीं होनी। इस करके दूजे पाए अत दुख लगा मर जमै आवे जाए। दुविधा लगी होण करके मन विच कहंदे बंदे दुखी हुंदे ने, जन्म लैंदे ने, मौत हुंदी, फिर जन्म हुंदा, फिर मौत हुंदी। ये मुक्कदा नहीं सिलसिला, ये गेड़ मुक्कण च नहीं आउंदा। दूजे पाए अत दुख लगा मर जमै आवे जाए। आउणगे जाणगे, फिर आउणगे फिर जाणगे। संसार ते ये गेड़ा चलदा ही रहिंदा। पर अगे भी आपां एक दिन विचार कीती सी भी जे मान लो वार वार आउणा पवे पर मनुखा जन्म ही मिले फिर की परेशानी। पर असल विच इस गल की कोई शादी नहीं भर सकता भी मनुखा जन्म ही हरेक बार जन्म मिलेगा पर मनुखा ही मिलेगा, इस गल की कोई शादी नहीं भर सकता। कर्मां अनुसार कर्मगति अनुसार पता नहीं अगला जन्म किहड़े पासे नूं लैके जावेगा। अंतकाल जो लक्ष्मी सिमरे ऐसी चिंता मह जे मरे, सरप जोन वाल वाले उतरे। महाराज दे बचन कहंदे सप दी जून मिल सकती, वो भी कई बार। अंतकाल जो लड़के सिमरे ऐसी चिंता मह जे मरे, सूकर जोन वाल वाले उतरे। सूकर सूर नूं कहंदे। जे अंतला समा होवे धियां पुत्रां 'च ध्यान रह जाए कहंदे ने सूर दी जून 'च पैना पवेगा। पता नहीं संस्कार अनुसार कित्थे सुरती होनी और उन्हें किधर नूं लै जाना। इसलिए कई जन्म भय कीट पतंगा, किन्ने किन्ने जन्म कीड़ियां पतंगियां दे महाराज कहंदे निकल जाणगे। ये थोड़ो गारंटी है भी जन्म हर वार मनुखा ही शरीर मिलेगा।
हर बार मनुखा शरीर नहीं मिलना, उसे नूं दुख आखिया। कदे कोई जून, कदे कोई जून। फिर कहते बस उन्होंने जूना च आवेगा जावेगा, उसे नूं अत दुख आखिया। दूजे पाए अत दुख लगा। अत मतलब आप कहने जिथे लिमिट तो परे हो जाता काम। ये जन्म मरण का दुख साध संगत जी सब तो वध मन्निया गया भयानक। जिन्हों भगतां ने आख्या एक दुख राम राय काटो मेरा, अगन दह हर गर्भ बसेरा। भगत किसी दुख नूं दुख नहीं मानते। देखो भगत रविदास साहब जी जोड़े गंढ के गुजारा करते, पर उन्हें किते नहीं आख्या मैं दुखी हाँ। भगत कबीर साहब जी सारा दिन खड्डी च बैठे रहते, उन्हें किते नहीं आख्या मैं परेशान। भगत नामदेव जी नूं अमरे रंगने पैंदे, कपड़े रंगने पैंदे, सारी उम्र उन्होंने लंघी, पर उन्हें ये नहीं आख्या भी मैं गरीब हाँ, मैं परेशान हाँ। बल्कि भगत रविदास जी कहते भावें मैं जोड़े गंढ के गुजारा करता पाया, पर मैं प्रसन्न हाँ, खुश हाँ। क्योंकि मन खुश है तो कोई परवाह नहीं। बेगमपुरा शहर को नाओ दुख दो नहीं ते ठाओ। कहते मैं तो बेगमपुरे का वासी, मेरे शहर का नाम तो बेगमपुरा। बेगमपुरा मतलब बेगमपुरा, जिथे गम नहीं हुंदा, चिंता नहीं हुंदी, फिक्र नहीं हुंदा, कोई टेंशन नहीं। कहते उत्थों का वासी हाँ मैं, कोई दुख नहीं ना मानते हो, किसी दुख नूं दुख नहीं समझते। पर एक दुख भगत भी मानते, कहते ये ना लग जाए किते, बाकी कोई परवाह नहीं। वो किहड़ा कहते एक दुख राम राय काटो मेरा, अगन दह हर गर्भ बसेरा। वार वार गर्भ जोन च आउणा, वार वार दा जन्मना, वार वार दी मौत, फिर जन्म फिर मौत। कहते ये ना लग जाए, बाकी कोई गल नहीं। होर किसी दुख नूं दुख नहीं मानते हो। इस दुख नूं भगतां ने भी दुख मन्निया, इस करके आख्या दूजे पाए अत दुख लगा। अत दा दुख जिहड़ा मर जम्मे आवे जाए, इनू कहते। वार वार जन्म लैना, फिर मौत होनी, फिर जन्म लैना, कदे कोई जून कदे कोई जून, कदे कोई शरीर कदे कोई शरीर। पर यह सिर्फ दुबदा होने करके। दूजे पाए, दूजे पाए, पाए हुंदा प्रेम, दूजे का मतलब दुबदा। गुरु साहब ते यकीन नहीं होना, बस मन डावाडोल जा रहना भी पता नहीं महाराज जी के लड़ लग्या पार उतरना कि नहीं उतरना, दूजे थां ते चल जाइए शायद उत्थों गल बन जाएगी, लोग तो उत्थे भी तुरे जाते हैं, फलाने ते उत्थे भी मत्था टेकी जाते। ਉਹਦਾ मतलब ਹੁੰਦਾ दुबदा। उस दुबदा करके कहते ये जन्म मरण का गेड़ नहीं मुकदा गुरमुखो। विष्टा अंदर वास है, फिर कहते जन्म लैके गंदगी के कीड़े भी बनना पैंदा। मारे कहते गंदगी दे विच वास हुंदा फिर, क्योंकि आप देखा बहुत गंदगी के कीड़े भी होंगे। विष्टा अंदर वास है, फिर जूनी पाए। कहते मुड़ मुड़ के जूना चाउना पैंदा, मुड़ मुड़ के जूना चाउना। तां ही मैं बेनती की कोई गारंटी थोड़ा भी घड़ी मोड़ आपां नूं आ मनुखा शरीर ही मिलेगा। 84 लाख जूनी है, पता नहीं किहड़े किहड़े शरीरां च बंदा भटकदा भरमदा फिरदा, फिर लाख 84 जोन सुबाई। नानक बिन नावै जम मारसी। कहते नाम जपे तो बिना जम मारनगे गुरमुखो, जमा की मार पवेगी। पंजवें पातशाह ने आखा अनक ताड़ंत जम दूतन है। ताड़ंत हुंदी सजा, ताड़ना। जमदूत कहते नाम ना जपण वालियां नूं सजा दिंदे। आपां तां मन के नहीं राजी, आपां तां कहंदे कोई हुंदा ही नहीं, किहड़ा जमदूत है, मैं डरावे ही दिते जी, ये तो गल्लां ही बड़ियां, ये उवें ही है बस। किहड़ा किसी ने देखिया, जिन्हां देखिया उन्हां ही लिखिया। बिन नावे जम मारसी। कहते नाम जपे तो बिना जम मारेगा, जमां दी मार पवेगी। कल आप एक प्रमाण भाई गुरदास जी का साझा किया, जिहदे च उन्होंने लिखा भगत वड्डा राजा जनक है, गुरमुख माया विच उदासी। देवलोक नूं चलिया गण गंधर्व सभा सुखवासी। जमपुर गया पुकार सुन विलावन जी नरक निवासी। हुणे भाई गुरदास साहब जी के बचन ने ब्रह्म ज्ञानी जिन्हां सारी बाणी लिखी। वो कहते राजा जनक नरकां च सिर्फ देखण ही चले गया सी, रौला सुन के लोगों का, लोग दुखी सन, चीका मारते पे सन, विरलाप करते सी, वो देखण वास्ते चल गया। वो इन्ने दुखी क्यों ये? जमपुर गया पुकार सुन, इन्नियां लोगों दी पुकारां सुन के जमपुरी नूं सिर्फ देखण वास्ते चले गया भी ये जमदीपुरी च हो की रहा। ते जे हैगी सी ते गया ना, जे आपां कहिए कोई हुंदा ही नहीं जम, कोई हैगा ही नहीं धर्म राजा।
ਪਰ ਭਾਈ ਗੁਰਦਾਸ ਜੀ ਤਾਂ ਕਹਿੰਦੇ ਜੰਮਪੁਰ ਗਿਆ ਪੁਕਾਰ ਸੁਣ ਵਿਲ ਲਾਵਣ ਜੀ ਨਰਕ ਨਿਵਾਸੀ, ਨਰਕਾਂ 'ਚ ਪਏ ਜੀ ਇੰਨੀਆਂ ਚੀਕਾਂ ਮਾਰਦੇ ਪਏ ਸਨ, ਦੇਖਣ ਵਾਸਤੇ ਚਲ ਗਿਆ ਇਹਨਾਂ ਨੂੰ ਇੰਨਾ ਦੁੱਖ ਕਾਹਤੇ ਦਿੱਤਾ। ਫਿਰ ਆਖਿਆ ਰਾਜੇ ਜਨਕ ਨੇ ਧਰਮਰਾਜੇ ਨੂੰ, ਕਹਿੰਦੇ ਧਰਮਰਾਜੇ ਨੂੰ ਆਖਿਆ ਸਭਨਾਂ ਦੀ ਕਰ ਬੰਦ ਖਲਾਸੀ। ਧਰਮਰਾਜੇ ਨੂੰ ਆਖਿਆ ਰਾਜੇ ਜਨਕ ਨੇ ਇਹਨਾਂ ਨੂੰ ਛੱਡ ਦਿਓ, ਸਾਰਿਆਂ ਨੂੰ ਇੰਨਾ ਦੁੱਖ ਕਿਉਂ ਦਿੰਦਾ ਪਿਆ, ਇੰਨੇ ਦੁਖੀ ਵਿਚਾਰੇ, ਬੰਦ ਖਲਾਸੀ ਕਰ ਇਹਨਾਂ ਸਾਰਿਆਂ ਦੀ। ਅੱਗਿਓਂ ਹੱਥ ਜੋੜ ਕੇ ਧਰਮਰਾਜੇ ਕਹਿੰਦੇ ਕਰੇ ਬੇਨਤੀ ਧਰਮਰਾਏ ਹਉ ਸੇਵਕ ਠਾਕਰ ਵਿਨਾਸੀ। ਧਰਮਰਾਜ ਨੇ ਬੇਨਤੀ ਕਰਕੇ ਆਖਿਆ ਜੀ ਮੈਂ ਨਹੀਂ ਛੱਡ ਸਕਦਾ, ਕਿਉਂ ਮੈਂ ਤੇ ਡਿਊਟੀ ਕਰਦਾ ਪਿਆ, ਮੈਂ ਤੇ ਸੇਵਕ ਹਾਂ, ਮਾਲਕ ਤੇ ਕੋਈ ਹੋਰ ਆ, ਤੇ ਉਸ ਮਾਲਕ ਦਾ ਹੁਕਮ ਹੈ, ਇਹਨਾਂ ਦੇ ਕਰਮਾਂ ਅਨੁਸਾਰ ਇਹਨਾਂ ਨੂੰ ਸਜ਼ਾ ਦਿੱਤੀ ਗਈ, ਇਸ ਕਰਕੇ ਮੈਂ ਛੱਡ ਨਹੀਂ ਸਕਦਾ। ਫਿਰ ਰਾਜਾ ਜਨਕ ਨੇ ਆਖਿਆ ਕੋਈ ਤਰੀਕਾ ਤੇ ਹੋਵੇਗਾ, ਇਹਨਾਂ ਦਾ ਛੁਟਕਾਰਾ ਕਰਾਈਏ ਵਿਚਾਰਿਆਂ ਦਾ, ਇੰਨੀ ਮਾਰ ਪੈਂਦੀ ਪਈ, ਇੰਨੇ ਦੁਖੀ। ਉਹਨੇ ਕਿਹਾ ਹਾਂ ਇਹਨਾਂ ਦਾ ਛੁਟਕਾਰਾ ਨਾਮ ਕਰਕੇ ਹੋ ਸਕਦਾ, ਜੇ ਕੋਈ ਨਾਮ ਜਪੇ। ਫਿਰ ਕਹਿੰਦੇ ਨਾਮ ਜਪ ਕੇ ਉਹਨੇ ਆਖਿਆ ਭਾਈ ਗੁਰਦਾਸ ਜੀ ਕਹਿੰਦੇ ਗਹਿਣੇ ਧਰੇ ਉਹਨੇ ਨਾਉ ਇੱਕ ਪਾਪਾਂ ਨਾਲ ਕਰੇ ਨਿਰਜਾਸੀ। ਕਹਿੰਦੇ ਨਾਮ ਜਪ ਕੇ ਰਾਜੇ ਜਨਕ ਨੇ ਆਖਿਆ, ਕਿਉਂਕਿ ਬ੍ਰਹਮ ਗਿਆਨੀ ਸੀ ਨਾ ਭਗਤ, ਵੱਡਾ ਰਾਜਾ ਜਨਕ ਹੈ, ਭਾਈ ਗੁਰਦਾਸ ਜੀ ਕਹਿੰਦੇ ਬੜਾ ਵੱਡਾ ਭਗਤ ਸੀ। ਉਹਨੇ ਫਿਰ ਨਾਮ ਜਪ ਕੇ ਆਖਿਆ ਤੋਲੇ ਦੇ ਨਾਲ ਕਿੰਨੇ ਕੁ ਲੋਕ ਨਿਕਲ ਸਕਦੇ, ਕਿੰਨਿਆਂ ਦੇ ਪਾਪ ਮੁੱਕ ਜਾਣਗੇ ਇਸ ਨਾਮ ਦੇ ਕਰਕੇ। ਪਾਪਾਂ ਨਾਲ ਕਰੇ ਨਿਰਜਾਸੀ, ਉਹਨੇ ਕਿਹਾ ਨਿਰਣਾ ਕਰਕੇ ਦੱਸ ਹੁਣ ਕਿੰਨਿਆਂ ਦੇ ਇਹ ਪਾਪ ਖਤਮ ਹੋ ਜਾਣਗੇ, ਆ ਜਿਹੜਾ ਮੈਂ ਨਾਮ ਜਪਿਆ। ਪਾ ਸੰਗ ਪਾਪ ਨਾ ਪੁੱਜਣੀ। ਭਾਈ ਗੁਰਦਾਸ ਜੀ ਕਹਿੰਦੇ ਦੇਖੋ ਗੁਰਮੁਖੋ, ਇੱਕ ਪਲੜੇ 'ਚ ਨਾਮ ਪਾਇਆ ਤੇ ਉਹਦੇ ਬਰਾਬਰ ਪਾਪ ਥੋੜਾ ਪੁੱਜ ਸਕਦੇ ਸੀ, ਨਾਮ ਭਾਰਾ ਹੀ ਰਹਿਣਾ ਹੁੰਦਾ ਹਮੇਸ਼ਾ। ਸਾਈਂ ਨਾਮ ਮੋਲ ਕੀਮ ਨਾ ਕੋਈ ਜਾਣ ਦੋ। ਪਾ ਸੰਗ ਪਾਪ ਨਾ ਪੁੱਜਣੀ ਗੁਰਮੁਖ ਨਾਉ ਅਤੁੱਲ ਨਾ ਤੁਲਾਸੀ। ਕਹਿੰਦੇ ਗੁਰਮੁਖ ਦਾ ਜਪਿਆ ਹੋਇਆ ਨਾਉ ਇਹ ਅਤੁੱਲ ਹੈ, ਇਹਨੂੰ ਕੋਈ ਤੋਲ ਨਹੀਂ ਸਕਦਾ। ਜਦੋਂ ਉਹਨੇ ਇੱਕ ਬੰਨੇ ਉਹ ਪਾਇਆ, ਦੂਜੇ ਬੰਨੇ ਕਹਿੰਦਾ ਕੱਢ ਇਹਨਾਂ ਦੇ ਪਾਪ ਇਸ ਬੰਨੇ ਪਾ ਕੇ ਛੁਟਕਾਰਾ ਕਰਾ ਇਹਨਾਂ ਦਾ, ਤਾਂ ਸਾਰੇ ਹੀ ਛੁੱਟ ਗਏ, ਨਰਕੋਂ ਛੁੱਟੇ ਜੀ ਜੰਤ। ਭਾਈ ਗੁਰਦਾਸ ਜੀ ਕਹਿੰਦੇ ਸਾਰੇ ਜੀ ਜੰਤ ਨਰਕ ਚੋਂ ਛੁੱਟ ਗਏ, ਨਰਕ ਹੀ ਖਾਲੀ ਹੋ ਗਿਆ ਸਾਰਾ। ਕਿਉਂ? ਕਿਉਂਕਿ ਗੁਰਮੁਖ ਨਾਉ ਅਤੁੱਲ ਨਾ ਤੁਲਾਸੀ। ਗੁਰਮੁਖ ਦਾ ਜਪਿਆ ਹੋਇਆ ਨਾਮ ਅਤੁੱਲ ਹੁੰਦਾ, ਕੋਈ ਤੋਲ ਨਹੀਂ ਸਕਦਾ। ਉਹਨੇ ਆਖਿਆ ਤੋਲ ਕੇ ਕੱਢ, ਇਹਦੇ ਬਦਲੇ ਕਿੰਨੇ ਨਿਕਲਦੇ ਨੇ, ਸਾਰੇ ਹੀ ਨਿਕਲ ਗਏ ਸਾਰੇ। ਤੇ ਫਿਰ ਵੀ ਜੇ ਕੋਈ ਆਖੇ ਨਹੀਂ ਜੀ ਹੁੰਦਾ ਹੀ ਨਹੀਂ ਜੀ, ਇਹ ਤੇ ਐਵੇਂ ਹੀ ਹੈ। ਨਾਨਕ ਬਿਨ ਨਾਵੇ ਜਮ ਮਾਰ ਸੀ। ਕਹਿੰਦੇ ਨਾਮ ਜਪੇ ਤੋਂ ਬਿਨਾਂ ਜਮਾਂ ਦੀ ਮਾਰ ਪੈਂਦੀ ਹੈ, ਜਮ ਮਾਰਦੇ ਨੇ, ਡਿਊਟੀ ਹੈ ਉਹਨਾਂ ਦੀ। ਕਿਉਂਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਹਰ ਬੰਦੇ ਨੂੰ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਫਲ ਮਿਲਦਾ। ਆਪਾਂ ਆਸਾ ਦੀ ਵਾਰ ਗੁਰਮੁਖ ਆਪਾਂ ਨੂੰ ਸੁਣਾ ਕੇ ਗਏ, ਤੇ ਉਸ ਵਿੱਚ ਮਹਾਰਾਜ ਦਾ ਬਚਨ ਹੈ, ਰੋਜ਼ ਆਸਾ ਦੀ ਵਾਰ ਚ ਆਉਂਦਾ, ਦੇਖੋ ਇਹੋ ਜਿਤ ਸੇਵਿਆ ਸੁਖ ਪਾਈਏ, ਸੋ ਸਾਹਿਬ ਸਦਾ ਸੰਭਾਲੀਏ, ਜਿਤ ਕੀਤਾ ਪਾਈਏ ਆਪਣਾ ਸਕਾਲ ਬੁਰੀ ਕਿਉਂ ਘਾਲੀਏ। ਕਹਿੰਦੇ ਉਹ ਜਿਸ ਗੁਰੂ ਦੀ ਸੇਵਾ ਕੀਤਿਆਂ ਆਪਣਾ ਛੁਟਕਾਰਾ ਹੋ ਜਾਂਦਾ, ਆਪਾਂ ਨੂੰ ਸੁੱਖ ਮਿਲ ਜਾਂਦੇ ਆ, ਉਸ ਗੁਰੂ ਸਾਹਿਬ ਨੂੰ ਕਿਉਂ ਨਹੀਂ ਸੇਵਦੇ ਤੁਸੀਂ ਭਾਈ। ਤੇ ਫਿਰ ਕਹਿੰਦੇ ਜਿਤ ਕੀਤਾ ਪਾਈਏ ਆਪਣਾ, ਜੇ ਆਪਣੇ ਕੀਤੇ ਹੋਏ ਕਰਮ ਦਾ ਫਲ ਆਪ ਨੂੰ ਹੀ ਭੋਗਣਾ ਪੈਣਾ, ਤੇ ਫਿਰ ਕਹਿੰਦੇ ਮੰਦਾ ਮੂਲ ਨਾ ਕੀਚੇ, ਦੇ ਲੰਮੀ ਨਦਰ ਨਿਹਾਲੀ ਹੈ। ਫਿਰ ਕਾਹਤੋਂ ਮੰਦਾ ਕਰਨਾ ਭਾਈ। ਜਿਤ ਕੀਤਾ ਪਾਈਏ ਆਪਣਾ ਸਕਾਲ ਬੁਰੀ ਕਿਉਂ ਘਾਲੀਏ। ਕਹਿੰਦੇ ਫਿਰ ਉਹ ਪਾਪ ਕਿਉਂ ਕਰਨਾ, ਕਿਉਂ ਬੁਰੀ ਘਾਲ ਘਾਲਣੀ, ਜੇ ਉਹਦਾ ਫਲ ਭੋਗਣਾ ਹੀ ਪੈਣਾ ਔਰ ਆਪ ਨੂੰ ਹੀ ਭੋਗਣਾ ਪੈਣਾ। ਜਿਤ ਕੀਤਾ ਪਾਈਏ ਆਪਣਾ ਸਕਾਲ ਬੁਰੀ ਕਿਉਂ ਘਾਲੀਏ, ਮੰਦਾ ਮੂਲ ਨਾ ਕੀਚੇ, ਦੇ ਲੰਮੀ ਨਦਰ ਨਿਹਾਲੀਏ। ਸਾਹਿਬ ਨਾਲ ਨਾ ਹਾਰੀਏ, ਤੇ ਵੇਹਾ ਪਾਸਾ ਢਾਲੀਏ, ਕਿ ਸਦਾ ਹੀ ਉੱਪਰ ਘਾਲੀਏ। ਕਹਿੰਦੇ ਲਾਹਾ ਖੱਟਣ ਵਾਲਾ ਕਰਮ ਕਰਨਾ ਚਾਹੀਦਾ, ਉਹ ਕਰਮ ਨਹੀਂ ਕਰਨਾ ਚਾਹੀਦਾ ਜਿਸ ਕਰਕੇ ਉਹਦਾ ਫਲ ਦੁੱਖ ਰੂਪ ਹੋ ਜੇ। ਹੁਣ ਇਹ ਮਹਾਰਾਜ ਦੇ ਬਚਨ ਨੇ। ਫਿਰ ਵੀ ਜੇ ਕੋਈ ਆਖੇ ਵੀ ਨਹੀਂ ਜੀ ਹੁੰਦਾ ਹੀ ਕੁਝ ਨਹੀਂ, ਅੱਗੇ ਕਿਹੜਾ ਕੁਝ ਹੈਗਾ, ਫਿਰ ਉਹਦੀ ਆਪ ਦੀ ਮਰਜ਼ੀ। ਨਾਨਕ ਬਿਨ ਨਾਵੇ ਜਮ ਮਾਰ ਸੀ। ਕਹਿੰਦੇ ਨਾਮ ਜਪੇ ਤੋਂ ਬਿਨਾਂ ਜਮਾਂ ਦੀ ਮਾਰ ਪੈਂਦੀ ਹੈ। ਅੰਤ ਗਿਆ ਪਛਤਾਏ। ਕਹਿੰਦੇ ਫਿਰ ਉਹ ਇੱਥੋਂ ਪਛਤਾ ਕੇ ਚਲੇ ਜਾਂਦੇ ਨੇ ਅੰਤ ਨੂੰ। ਅੰਤ ਨੂੰ ਪਛਤਾਉਂਦੇ ਪਛਤਾਉਂਦੇ ਹੀ ਤੁਰ ਜਾਂਦੇ। ਕਿਉਂਕਿ ਨਾਮ ਨਹੀਂ ਜਪਿਆ, ਸੰਗਤ ਨਹੀਂ ਕੀਤੀ, ਦਰਸ਼ਨ ਨਹੀਂ ਕੀਤੇ, ਭਾਵਨਾ ਨਹੀਂ ਰੱਖੀ।
महला तीजा, इस जग में पुरख एक है। अगले श्लोक च महाराज तीसरे पातशाह कृपा करते कहते संसार ते पुरख ते गुरमुखो एक ही। पुरख के अर्थ पुरुष भी होंगे और पुरख के अर्थ नरकों तो रखण वाले नूं भी कहते। पूनाम नरकों का ते रख रखिया करने वाला। कहते नरकों तो रखिया करने वाला सिर्फ एक अकाल पुरख वाहिगुरु ही है। पुरुष स्वरूप भी सिर्फ एक अकाल पुरख वाहिगुरु जिन्हें संसार सारा संसार पैदा किया। ये परमात्मा की पैदा की सृष्टि है। इस जग में पुरख एक है और सगली नार सुबाई। कहते बाकी सारियां इस्त्रियां ही ने, क्योंकि भावें मनुखा जन्म है अपने कोले यह शरीर पुरुष का मनुखा मर्द का, पर फिर भी जो आप अध्यात्मक अर्थ करते हैं, आत्मक अर्थ करते हैं, भावनात्मक अर्थ करते हैं, आप कहने जीव रूप इस्त्री। क्यों जिंद नूं सदा इस्त्री आख्या। वो भावें जिंद बंदे दी है, मर्द दी है, जां इस्त्री दी है, फिर भी वो जिंद इस्त्री रूपी है। इस जग में पुरख एक और सगली नार सुबाई। कहते बाकी सब जीव रूप इस्त्रियां ने उस अकाल पुरख वाहिगुरु दी। सब कट भोग वै अलिप्त रहे। कहते हैरानी वाली गल यह है भी सब के हिरदे विच अकाल पुरख बैठा पर फिर भी निर्लेप है। जोगी अंदर जोगिया तू भोगी अंदर भोगिया। कहते जोगिया अंदर भी परमात्मा, भोगिया अंदर भी परमात्मा, गुरमुखा अंदर भी आप है, मनमुखा अंदर भी आप है, पुण्य करने वाले अंदर भी उही ते पापियां अंदर भी उही है, पर फिर भी निर्लेप है। पुनिया के अंदर उन्होंने पुण्य कोई नहीं, पापियां के अंदर उन्होंने पाप कोई नहीं, दुखियां के अंदर वो दुखी नहीं हैगा, तो सुखियां के अंदर वो सुखी नहीं, क्योंकि निर्लेप है, पर है सारियां के अंदर। सब घट भोग वै लिप्त रहे। कहते सा घट हिरदे नूं कहते सब घट भोग। सारियां दे हिरदे विच बैठा होया, उही देख रहा, उही सुन रहा, उही सुना रहा, पर फिर भी सब घट भोग वै अलिप्त रहे। है निर्लेप फिर भी वो। आप ये नहीं कह सकते भी लो जी हुण पापी के अंदर भी जे परमात्मा दे, मतलब परमात्मा पापी हो गया। नहीं कहते वो तो निर्लेप है उसदे अंदर, पर निर्लेप है। पुनिया अंदर भी है, पर पुन्ना तो भी निर्लेप है। जिवें 10वें पातशाह ने आख्या ना, हने कोट विप्रंग नहीं पाप ताकू, करे कोट जगं नहीं पुन वाकू। कहते ब्रह्म ज्ञानी करोड़ा कतल कर दे तो उन्होंने पाप नहीं हुंदा, ब्रह्म ज्ञानी करोड़ा जग कर दे तो उन्होंने पुण्य नहीं हुंदा। भाव वो पुण्य पाप तो उपर चले जा। आपां नूं अपने कर्मां दा फल मिलदा, आम जीव नूं उहदे कीते होए पाप पुण्य दा फल मिलेगा। कर्मी आपो अपनी ਜਾਂ ਪੁੰਨੀ ਪਾਪੀ ਆਖਣ ਨਾ ਇਹ ਕਰ ਕਰ ਕਰਨਾ ਲਿਖ ਲਿਆ ਜਾ। ਪਰ ਬ੍ਰਹਮ ਗਿਆਨੀ ਦਾ ਕਰਮ ਗਤੀ ਮੁੱਕ ਚੁੱਕੀ ਹੁੰਦੀ, ਇਸ ਲਈ 10ਵੇਂ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਨੂੰ ਕੋਈ ਪਾਪ ਨਹੀਂ, ਕੋਈ ਪੁੰਨ ਨਹੀਂ, ਨਾ ਉਹਨੂੰ ਪੁੰਨ ਹੈ ਕੋਈ, ਨਾ ਉਹਨੂੰ ਪਾਪ ਹੈ। ਕਿਉਂ? ਕਿਉਂਕਿ ਉਹਨੂੰ ਕਰਮ ਦਾ ਫਲ ਭੋਗਣ ਲਈ ਆਉਣਾ ਨਹੀਂ ਪੈਣਾ, ਉਹਨੇ ਵਾਪਸ ਆਉਣਾ ਹੀ ਨਹੀਂ ਵੀ ਮੁੜ ਕੇ ਉਹ ਪਾਪ ਕਰਮ ਦਾ ਫਲ ਭੋਗੇ ਜਾਂ ਪੁੰਨ ਕਰਮ ਦਾ ਫਲ ਭੋਗੇ। ਨਾ ਉਹਨੂੰ ਪੁੰਨਾਂ ਦਾ ਅਸਰ ਹੈ, ਨਾ ਪਾਪਾਂ ਦਾ। ਇਹ 10ਵੇਂ ਪਾਤਸ਼ਾਹ ਦੇ ਬਚਨ ਨੇ। हने कोट विप्रंग, विपर कहते ब्राह्मण नूं, कहते ब्राह्मण मारन का बड़ा पाप लगता मन्निया जाता सी। गऊ मार दी, ब्राह्मण मार दिता, गरीब मार दिता, ਇਹਦਾ बड़ा पाप मानते सी। महाराज कहते भावें करोड़ा ब्राह्मण मार दे ब्रह्म ज्ञानी, उन्होंने कोई पाप नहीं। करे कोट जगं, एक जग का ही असमेत जग का एक का कहते बहुत फल हुंदा। 10वें पातशाह कहते भावें ब्रह्म ज्ञानी करोड़ा असमेत जग कर ले, उन्होंने पुण्य भी कोई नहीं हुंदा, ना उन्होंने पाप है ना पुण्य। क्यों? क्योंकि उन्हें मुने फल भोगण आउणा ही नहीं है। इसलिए उन्होंने इस तरह परमात्मा नूं निर्लेप कहते। सब घट भोग वै अलिप्त रहे। अलिप्त का अर्थ हुंदा निर्लेप। भावें वो पुनिया अंदर है, पापियां अंदर है, पर वो निर्लेप है तो सारियां दे। अलख ना लखना जाई, बस कहते आही उहदी कला साडी समझ तो परे है। अलख नूं कहते लखना हुंदा जानना, अलख हुंदा जिन्हों आपां जान ना सकीए, अपनी अकल करके ना जान सकीए, अपनी सियाणप करके, अपनी बुद्धि करके जिन्हों आपां समझ ना सकीए, उहनूं कहंदे अलख। ये गल कहंदे साडी समझ तो बाहर है भी जे सारे अंदर वो आप ही है तो फिर कोई पुन्नी कोई पापी क्यों? जो सारे अंदर आप फिर निर्लेप किवें? इवें ही निर्लेप है जिवें सूरज दीयां किरणां चंगे मंदे सारियां थावां ते पैणगे। सूरज की किरण गंदगी ते भी पैंदी है,
ਚੰਦਨ ਤੇ ਵੀ ਪੈਂਦੀ ਹੈ, ਪਰ ਕਿਰਨ ਨਿਰਲੇਪ ਹੁੰਦੀ, ਉਹਨੂੰ ਕੋਈ ਫਰਕ ਨਹੀਂ। ਸੂਰਜ ਦੀ ਕਿਰਨ, ਸੂਰਜ ਦਾ ਤੇਜ ਮੈਲਾ ਨਹੀਂ ਹੁੰਦਾ, ਇਵੇਂ ਹੀ ਪ੍ਰਮਾਤਮਾ ਸਾਰਿਆਂ ਦੇ ਅੰਦਰ ਹੈ ਪਰ ਨਿਰਲੇਪ ਹੈ। ਜਿਵੇਂ ਨਾਵੇਂ ਪਾਤਸ਼ਾਹ ਨੇ ਬਜੇਗੇ ਨਾ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੂੰ ਹੀ ਸੰਗ ਸਮਾਈ। ਸਰਬ ਨਿਵਾਸੀ ਸਦਾ ਅਲੇਪਾ, ਕਹਿੰਦੇ ਸਾਰਿਆਂ 'ਚ ਵੱਸਦਾ ਪਰ ਫਿਰ ਵੀ ਸਾਰਿਆਂ 'ਚ ਵੱਸਦਾ ਨਿਰਲੇਪ ਹੈ। ਕਿਸੇ ਪਾਪੀ ਪੁੰਨੀ ਦੀ ਲਿਪਾਏ ਮਾਨਗੀ ਉਹਨੂੰ ਨਹੀਂ ਹੈਗੀ, ਸਭ ਦੇ ਅੰਦਰ ਜੋਤ ਉਹਦੀ ਹੈ, ਲੇਕਿਨ ਫਿਰ ਵੀ ਉਹ ਨਿਰਲੇਪ ਹੈ। ਸਰਬ ਨਿਵਾਸੀ ਸਦਾ ਅਲੇਪਾ, ਤੂੰ ਹੀ ਸੰਗ ਸਮਾਈ, ਕਹਿੰਦੇ ਉਹ ਤੇਰੇ ਨਾਲ ਵੀ ਸਮਾਇਆ ਹੋਇਆ, ਉਹ ਸਾਰਿਆਂ 'ਚ ਉਹੀ ਹੈ ਪਰ ਨਿਰਲੇਪ ਹੈ। ਕਿਵੇਂ? ਮੁਕਰ ਮਾਹੇ ਜੈਸੇ ਸ਼ਾਹੀ, ਪੋਪ ਮਦ ਜੋ ਬਾਸ ਬਸਤ ਹੈ ਮੁਕਰ ਮਾਹੇ। ਕਮਾਲ ਦਾ ਪ੍ਰਮਾਣ ਨਾਵੇਂ ਪਾਤਸ਼ਾਹ ਨੇ ਦਿੱਤਾ, ਕਹਿੰਦੇ ਏਦਾਂ ਪ੍ਰਮਾਤਮਾ ਨਿਰਲੇਪ ਹੈ, ਪਾਪੀਆਂ ਪੁੰਨਿਆਂ ਦੇ ਅੰਦਰ ਹੁੰਦਿਆਂ ਹੋਇਆਂ ਵੀ ਮੁਕਰ ਮਾਹੇ ਜੈਸੇ ਸ਼ਾਹੀ। ਮੁਕਰ ਕਹਿੰਦੇ ਸ਼ੀਸ਼ੇ ਨੂੰ, ਤੇ ਸ਼ਾਹੀ ਹੁੰਦੀ ਪਰਛਾਵਾਂ। ਜਿਵੇਂ ਆਪਾਂ ਸ਼ੀਸ਼ੇ 'ਚ ਵੇਖਦੇ ਹਾਂ ਤੇ ਆਪਣਾ ਪਰਛਾਵਾਂ ਆਪਾਂ ਨੂੰ ਦਿਸਦਾ, ਆਪਣੀ ਸੂਰਤ ਦਿਸਦੀ, ਆਪਣੀ ਸ਼ਕਲ ਦੇਖਣ ਲਈ ਆਪਾਂ ਸ਼ੀਸ਼ੇ ਸਾਹਮਣੇ ਜਾਂਦੇ। ਕਹਿੰਦੇ ਜਿਹੜਾ ਸਰੀਰ, ਜਿਹੜਾ ਸਰੂਪ, ਜਿਹੜੀ ਪਰਛਾਈ ਆਪਾਂ ਨੂੰ ਸ਼ੀਸ਼ੇ 'ਚ ਦਿਸ ਰਹੀ ਹੁੰਦੀ ਉਹ ਨਿਰਲੇਪ ਹੁੰਦੀ ਹੈ। ਜਿਹੜਾ ਸਰੀਰ ਸ਼ੀਸ਼ੇ ਦੇ ਸਾਹਮਣੇ ਜਾ ਕੇ ਖੜਦਾ, ਉਸ ਸਰੀਰ ਨੂੰ ਦੁੱਖ ਹੋ ਸਕਦਾ, ਸੁੱਖ ਹੋ ਸਕਦਾ, ਕੋਈ ਸੱਟ ਲੱਗੀ ਹੋ ਸਕਦੀ, ਉਹਦੇ 'ਚ ਦਰਦ ਹੋ ਸਕਦੀ, ਪਰ ਜਿਹੜੀ ਪਰਛਾਈ ਸ਼ੀਸ਼ੇ 'ਚ ਉਹਨੂੰ ਆਪਣੀ ਦਿਸ ਰਹੀ ਉਹਨੂੰ ਕੋਈ ਦੁੱਖ ਨਹੀਂ ਹੁੰਦਾ, ਉਹਨੂੰ ਕੋਈ ਸੁੱਖ ਨਹੀਂ। ਸ਼ੀਸ਼ੇ ਅੰਦਰ ਦਿਸਣ ਵਾਲੀ ਪਰਛਾਈ ਜਿਵੇਂ ਨਿਰਲੇਪ ਹੈ, ਇਵੇਂ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਸਭ ਦੇ ਅੰਦਰ ਹੈ ਪਰ ਨਿਰਲੇਪ। ਪੋਹ ਮਦ ਜੋ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਸੇ। ਪੋਹ ਮਦ ਜਿਵੇਂ ਫੁੱਲਾਂ 'ਚ ਵਾਸ਼ਨਾ ਵਸਦੀ, ਫੁੱਲ ਵਿੱਚ ਵਸਣ ਵਾਲੀ ਸੁਗੰਧੀ ਨਿਰਲੇਪ ਹੈ। ਸ਼ੀਸ਼ੇ 'ਚ ਵਸਣ ਵਾਲੀ ਪਰਛਾਈ ਜਿਵੇਂ ਨਿਰਲੇਪ ਹੈ। ਪਾਣੀ ਵਿੱਚ ਆਪਾਂ ਨੂੰ ਆਪਣਾ ਪਰਛਾਵਾਂ ਦਿਸੇ, ਜੋ ਪਾਣੀ ਵਿੱਚ ਆਪਾਂ ਨੂੰ ਆਪਣੀ ਸ਼ਕਲ ਦਿਸਦੀ ਪਈ ਆ ਉਹ ਨਿਰਲੇਪ ਹੁੰਦੀ ਹੈ। ਦੁੱਖ ਬਾਹਰਲੇ ਨੂੰ ਹੁੰਦਾ, ਸ਼ੀਸ਼ੇ ਦੇ ਅੰਦਰ ਦਿਸਣ ਵਾਲੀ ਪਰਛਾਈ ਨੂੰ ਕੋਈ ਦੁੱਖ ਨਹੀਂ ਹੁੰਦਾ, ਉਹਨੂੰ ਸੁੱਖ ਵੀ ਕੋਈ ਨਹੀਂ। ਸਭ ਘਟ ਭੋਗ ਹੈ ਅਲਿਪਤ ਰਹਿ, ਅਲਖ ਨਾ ਲਖਣਾ ਜਾਈ। ਕਹਿੰਦੇ ਇਸੇ ਕਰਕੇ ਉਸ ਪ੍ਰਮਾਤਮਾ ਨੂੰ ਅਲਖ ਕਹਿੰਦੇ ਨੇ, ਜਿਹੜਾ ਸਾਡੀ ਅਕਲ ਕਰਕੇ ਨਹੀਂ ਜਾਣਿਆ ਜਾਂਦਾ। ਆਪਾਂ ਬੁੱਧੀ ਕਰਕੇ ਨਹੀਂ ਜਾਣ ਸਕਦੇ ਸਾਰਾ ਕੁਝ ਪ੍ਰਮਾਤਮਾ ਦਾ। ਸਾਡੀ ਅਕਲ 'ਚ ਤਾਂ ਇਹ ਵੀ ਨਹੀਂ ਆਉਂਦਾ ਵੀ ਅਕਾਲ ਪੁਰਖ ਵਾਹਿਗੁਰੂ ਇਕੱਲੇ ਇਕੱਲੇ ਜੀਵ ਦੇ ਲੇਖਾਂ ਦਾ ਲੇਖਾ ਜੋਖਾ, ਉਹਦੇ ਕਰਮਾਂ ਦਾ ਰੱਖ ਕਿਵੇਂ ਲੈਂਦਾ। ਉਹ ਕਿੰਨੇ ਜੀਵ ਪੈਦਾ ਕੀਤੇ ਨੇ, ਸਿਰਫ ਮਨੁੱਖਾ ਜਨ ਵੀ 6 ਅਰਬ ਤੋਂ ਉੱਪਰ ਤੁਰਿਆ ਫਿਰਦਾ, ਫਿਰ ਕਿੰਨੇ ਪਸ਼ੂ, ਕਿੰਨੇ ਪੰਛੀ, ਕਿੰਨੇ ਕੀੜੇ ਮਕੌੜੇ, ਕੀ ਕੁਝ ਪ੍ਰਮਾਤਮਾ ਨੇ ਬਣਾਇਆ ਤੇ ਸਾਰਾ ਕੁਝ ਉਹਦੇ ਧਿਆਨ 'ਚ ਹੈ। ਖਸਮੈ ਨਦਰੀ ਕੀੜਾ ਆਵੇ ਜੇਤੇ ਚੁਗੈ ਦਾਣੇ। ਮਹਾਰਾਜ ਕਹਿੰਦੇ ਖਸਮ ਦੀ ਨਜ਼ਰ ਵਿੱਚ ਇੱਕ ਕੀੜਾ ਵੀ ਹੁੰਦਾ, ਵੀ ਉਹ ਕਿੱਥੋਂ ਕੀ ਖਾਵੇਗਾ, ਉਹਦਾ ਵੀ ਰਿਜ਼ਕ ਪ੍ਰਮਾਤਮਾ ਨੇ ਬਣਾਇਆ ਹੋਇਆ, ਪਰ ਆਪਾਂ ਨਹੀਂ ਜਾਣ ਸਕਦੇ ਵੀ ਕਿਵੇਂ ਚੱਲਦਾ ਇਹ ਸਾਰਾ ਕੁਝ। ਇਸੇ ਕਰਕੇ ਕਹਿੰਦੇ ਅਲਖ ਨਾ ਲਖਣਾ ਜਾਈ, ਅਕਲ ਕਰਕੇ ਨਹੀਂ ਆਪਾਂ ਪ੍ਰਮਾਤਮਾ ਨੂੰ ਸਮਝ ਸਕਦੇ ਵੀ ਇਹ ਸਾਰਾ ਸਿਸਟਮ ਉਹਦਾ ਕਿਵੇਂ ਚੱਲਦਾ ਪਿਆ, ਕਿਵੇਂ ਹਰੇਕ ਦੇ ਕਰਮ ਦਾ ਲੇਖਾ ਜੋਖਾ ਰੱਖ ਲੈਂਦਾ ਉਹ, ਕਿਵੇਂ ਆਪਾਂ ਕੋਈ ਵੀ ਕਰਮ ਉਹਦੇ ਤੋਂ ਛੁਪਾ ਨਹੀਂ ਸਕਦੇ। ਇਹ ਸਾਡੀ ਸਮਝ ਤੋਂ ਪਰੇ ਹੈ। ਪੂਰੇ ਗੁਰ ਵੇਖਾਲਿਆ ਸਭ ਦੇ ਸੋਝੀ ਪਾਈ। ਫਿਰ ਆਖਿਆ ਮਹਾਰਾਜ ਕਿਸੇ ਨੂੰ ਨਹੀਂ ਇਸ ਗੱਲ ਦੀ ਸਮਝ ਆਉਂਦੀ ਵੀ ਕਿਵੇਂ ਚੱਲਦਾ ਸਿਸਟਮ ਪ੍ਰਮਾਤਮਾ ਦਾ, ਕੋਈ ਵੀ ਨਹੀਂ ਸਮਝ ਸਕਦਾ। ਮਹਾਰਾਜ ਕਹਿੰਦੇ ਨਹੀਂ, ਕੁਝ ਕੁ ਬੰਦੇ ਸਮਝ ਲੈਂਦੇ। ਪੂਰਾ ਗੁਰ ਵੇਖਾਲਿਆ, ਗੁਰੂ ਪੂਰਾ ਗੁਰੂ ਕਿਰਪਾ ਕਰਕੇ ਵਿਖਾਲ ਦਿੰਦਾ ਹੈ ਵੀ ਇਹ ਸਾਰਾ ਕਿਵੇਂ ਚੱਲਦਾ ਪਿਆ ਪ੍ਰਬੰਧ। ਪਰ ਕਿਹਨਾਂ ਨੂੰ? ਸ਼ਬਦੇ ਸੋਝੀ ਪਾਈ। ਜਿਨ੍ਹਾਂ ਨੇ ਸ਼ਬਦ ਦਾ ਅਭਿਆਸ ਕਰਕੇ ਬ੍ਰਹਮ ਗਿਆਨ ਪ੍ਰਾਪਤ ਕੀਤਾ, ਉਹਨਾਂ ਨੂੰ ਸੋਝੀ ਹੋ ਜਾਂਦੀ ਵੀ ਅਸਲ ਵਿੱਚ ਇਹ ਬ੍ਰਹਮ ਕਿਵੇਂ ਚਲਾ ਰਿਹਾ ਸਾਰਾ ਕੁਝ। ਕਿਉਂਕਿ ਬ੍ਰਹਮ ਦੇ ਗਿਆਨੀ ਹੋ ਜਾਂਦੇ ਨਾ, ਉਹਨਾਂ ਨੂੰ ਗਿਆਨ ਹੋ ਜਾਂਦਾ ਬ੍ਰਹਮ ਦੇ ਬਾਰੇ ਪੂਰਾ। ਸਿਰਫ ਉਹ ਆਤਮ ਗਿਆਨੀ ਨੂੰ, ਬ੍ਰਹਮ ਗਿਆਨੀ ਨੂੰ, ਪੂਰੇ ਗੁਰੂ ਦਾ ਸ਼ਬਦ ਜਿਹਨੇ ਕਮਾ ਕੇ ਅਵਸਥਾ ਪ੍ਰਾਪਤ ਕੀਤੀ, ਸਿਰਫ ਉਹਨੂੰ ਪਤਾ ਹੁੰਦਾ ਪਰਮਾਤਮਾ ਦੀ ਸਮਰੱਥਾ ਦਾ। ਆਮ ਆਦਮੀ ਨੂੰ ਸਮਝ ਨਹੀਂ ਆਉਂਦੀ ਕਿਵੇਂ ਚੱਲਦਾ ਪਿਆ ਇਹ ਸਾਰਾ ਕੁਝ, ਉਹਨਾਂ ਨੂੰ ਸੋਝੀ ਹੁੰਦੀ। ਹੁਣ ਸਿਰਫ ਭੀਖਣ ਸ਼ਾਹ ਨੂੰ ਪਤਾ ਸੀ ਵੀ ਅੱਜ 10ਵੇਂ ਪਾਤਸ਼ਾਹ ਦਾ ਅਵਤਾਰ ਹੋ ਗਿਆ ਪਟਨਾ ਸਾਹਿਬ, ਬਾਕੀ ਲੱਖਾਂ ਲੋਕ ਤੁਰੇ ਫਿਰਦੇ ਸੀ।
ਕਿਸੇ ਨੂੰ ਨਹੀਂ ਪਤਾ। ਬਾਕੀ ਲੋਕਾਂ ਨੂੰ ਨਹੀਂ ਸੀ ਪਤਾ ਵੀ ਅੱਜ ਕੀ ਘਟਨਾ ਵਾਪਰੀ। ਆਪਾਂ ਨੂੰ ਵੀ ਕੋਈ ਪਤਾ ਨਹੀਂ ਭਈ ਇਸ ਸ਼ਹਿਰ ਤੋਂ ਪਰੇ ਹੁਣ ਇਸ ਸਮੇਂ ਕੀ ਹੋ ਰਿਹਾ, ਆਪਾਂ ਨੂੰ ਕੋਈ ਪਤਾ ਨਹੀਂ। ਪਰ ਜਿਨ੍ਹਾਂ ਨੂੰ ਮਹਾਰਾਜ ਨੇ ਅੰਦਰਲਾ ਗਿਆਨ ਬਖਸ਼ਿਆ ਹੁੰਦਾ ਉਹਨੂੰ ਪਤਾ ਹੁੰਦਾ ਕਿੱਥੇ ਕੀ ਹੋ ਰਿਹਾ, ਸਭ ਪਤਾ ਹੁੰਦਾ। ਭੀਖਣ ਸ਼ਾਹ ਨੂੰ ਪਤਾ ਸੀ ਅੱਜ ਹੁਣ ਮਹਾਰਾਜ ਦਾ ਅਵਤਾਰ ਹੋ ਗਿਆ ਪਟਨਾ ਸਾਹਿਬ, ਉਹਨੇ ਤਾਂ ਕਰਕੇ ਮੱਥਾ ਚੜ੍ਹਦੇ ਨੂੰ ਟੇਕ ਦਿੱਤਾ। ਉਹਨੂੰ ਕਹਿੰਦੇ ਬ੍ਰਹਮ ਗਿਆਨੀ। ਉਹਨੂੰ ਸਭ ਪਤਾ ਹੁੰਦਾ ਕਿੱਥੇ ਕੀ ਹੋ ਰਿਹਾ, ਕਿਉਂਕਿ ਜਦੋਂ ਮਨ ਜੋਤ ਸਰੂਪ ਵਿੱਚ ਭੇਦ ਹੋ ਜਾਂਦਾ ਫਿਰ ਉਹ ਕਬੀਰ ਸਾਹਿਬ ਕਹਿੰਦੇ ਨੇ ਤਾਂ ਤੀਨ ਲੋਕ ਕੀ ਬਾतें ਕਹੇ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤਤ ਕੋ ਜੀਓ, ਇਹ ਮਨ ਲੈ ਜ ਓਨ ਮਨ ਰਹੇ ਤੋ ਤੀਨ ਲੋਕ ਕੀ ਬਾतें ਕਹੇ। ਕਬੀਰ ਸਾਹਿਬ ਕਹਿੰਦੇ ਜਦੋਂ ਇਹ ਮਨ ਲੈ ਹੋ ਜਾਂਦਾ ਨਾ ਅਕਾਲ ਪੁਰਖ ਵਾਹਿਗੁਰੂ ਵਿੱਚ, ਫਿਰ ਤਿੰਨਾਂ ਲੋਕਾਂ ਦਾ ਦੱਸਣ ਲੱਗ ਪੈਂਦਾ ਗੱਲਾਂ ਕਿੱਥੇ ਕੀ ਹੋ ਰਿਹਾ। ਫਿਰ ਸੋਝੀ ਆ ਜਾਂਦੀ ਸਿਰਫ ਉਹਨਾਂ ਨੂੰ ਜਿਨ੍ਹਾਂ ਤੇ ਮਹਾਰਾਜ ਕਿਰਪਾ ਕਰਕੇ ਸ਼ਬਦ ਦੇ ਅਭਿਆਸੀ ਬਣਾ ਕੇ ਆਤਮ ਗਿਆਨ ਬਖਸ਼ਦਾ। ਨਹੀਂ ਤੇ ਕਹਿੰਦੇ ਆਪਣੀ ਅਕਲ ਕਰਕੇ ਪ੍ਰਮਾਤਮਾ ਨਹੀਂ ਜਾਣਿਆ ਜਾਂਦਾ। ਗੁਰਮੁਖੋ ਸਭ ਘਾਟ ਭੋਗ ਹੋਇਆ ਲਿਪਤ ਰਹਿਆ ਲੱਖ ਨਾ ਲਖਣਾ ਜਾਈ, ਗੁਰ ਪੂਰੇ ਵਿਖਾਲਿਆ ਸ਼ਬਦੇ ਸੋਝੀ ਪਾਈ। ਸ਼ਬਦ ਦੇ ਅਭਿਆਸ ਕਰਕੇ ਕਹਿੰਦੇ ਇਸ ਗੱਲ ਦੀ ਸੋਝੀ ਆ ਜਾਂਦੀ। ਫਿਰ ਕਿੰਨਾ ਸਮਰੱਥ ਹੈ ਪ੍ਰਮਾਤਮਾ। ਪੁਰਖ ਹੈ ਸੇਵੈ ਸੇ ਪੁਰਖ ਹੋਵੇ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੂੰ ਸੇਵਣ ਵਾਲੇ ਅਕਾਲ ਪੁਰਖ ਵਾਹਿਗੁਰੂ ਦਾ ਹੀ ਰੂਪ ਹੋ ਜਾਂਦੇ। ਪਰਮਾਤਮਾ ਨੂੰ ਜਪਣ ਵਾਲੇ ਪਰਮਾਤਮਾ ਵਿੱਚ ਹੀ ਅਭੇਦ ਹੋ ਜਾਂਦੇ ਨੇ, ਉਸੇ ਦਾ ਹੀ ਸਰੂਪ ਹੋ ਜਾਣਗੇ। ਪੁਰਖ ਹੈ ਸੇਵੈ ਸੇ ਪੁਰਖ ਹੋਵੇ। ਜਿਨੀ ਹਉਮੈ ਸ਼ਬਦ ਜਲਾਈ, ਕਹਿੰਦੇ ਜਿਨ੍ਹਾਂ ਨੇ ਸ਼ਬਦ ਦੇ ਅਭਿਆਸ ਨਾਲ ਬ੍ਰਹਮ ਅਗਨੀ ਨਾਲ ਆਪਣੀ ਹਉਮੈ ਸਾੜ ਲਈ ਉਹ ਅਕਾਲ ਪੁਰਖ ਨੂੰ ਜਪਣ ਵਾਲੇ ਅਕਾਲ ਪੁਰਖ ਵਾਹਿਗੁਰੂ ਦਾ ਹੀ ਰੂਪ ਹੋ ਜਾਂਦੇ। ਜਿਵੇਂ ਨਾਮ ਜਪਣ ਵਾਲਿਆਂ ਦੀ ਬਾਬਤ ਮਹਾਰਾਜ ਨੇ ਆਖਿਆ ਨਾ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਪਹਿਲਾਂ ਪ੍ਰਸ਼ਨ ਕੀਤਾ ਮਹਾਰਾਜ ਨੇ, ਆਪ ਹੀ ਸਵਾਲ ਕੀਤਾ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਜਿਨ੍ਹਾਂ ਨੂੰ ਨਾਮ ਕਦੇ ਨਹੀਂ ਵਿਸਰਦਾ ਉਹ ਕਿੱਦਾਂ ਦੇ ਹੁੰਦੇ। ਫਿਰ ਆਪ ਹੀ ਜਵਾਬ ਦਿੰਦੇ, ਕਹਿੰਦੇ ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਕਹਿੰਦੇ ਸਾਈਂ ਵਰਗੇ ਹੀ ਹੁੰਦੇ, ਮਾਸਾ ਭੇਦ ਨਾ ਜਾਣੋ ਤੁਸੀਂ ਉਹਨਾਂ 'ਚ ਤੇ ਪ੍ਰਮਾਤਮਾ 'ਚ ਕੋਈ ਫਰਕ ਨਾ ਸਮਝੋ। ਜਿਵੇਂ ਕਬੀਰ ਸਾਹਿਬ ਕਹਿੰਦੇ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੇ। ਕਹਿੰਦੇ ਪ੍ਰਮਾਤਮਾ ਤੇ ਕਬੀਰ ਹੁਣ ਏਦਾਂ ਇੱਕ ਰੂਪ ਹੋ ਗਏ ਨੇ, ਕੋਈ ਪਛਾਣ ਕੇ ਦੱਸ ਹੀ ਨਹੀਂ ਸਕਦਾ ਇਹਨਾਂ 'ਚੋਂ ਪ੍ਰਮਾਤਮਾ ਕੌਣ ਹੈ ਕਬੀਰ ਕੌਣ ਹੈ। ਇੱਕ ਰੂਪ ਹੀ ਹੋ ਜਾਂਦੇ। ਹਰ ਹਰ ਜਨ ਦੁਈ ਏਕ ਹੈ। ਕਹਿੰਦੇ ਹਰੀ ਤੇ ਹਰੀ ਦਾ ਜਨ ਉਸ ਅਵਸਥਾ 'ਚ ਜਾ ਕੇ ਦੋਵੇਂ ਇੱਕ ਹੀ ਹੋ ਜਾਂਦੇ। ਪੁਰਖ ਹੈ ਸੇਵਾ ਸੇ ਪੁਰਖ ਹੋਵੇ। ਅਕਾਲ ਪੁਰਖ ਨੂੰ ਜਪਣ ਵਾਲੇ ਅਕਾਲ ਪੁਰਖ ਦਾ ਹੀ ਰੂਪ ਹੋ ਜਾਂਦੇ। ਜਿਨੀ ਹਉਮੈ ਸ਼ਬਦ ਜਲਾਈ, ਕਿਉਂਕਿ ਅੰਦਰੋਂ ਹਉਮੈ ਜਿਹੜੀ ਮੈਂ ਸੀ ਹੰਤਾ ਆਪਣੀ ਪ੍ਰਮਾਤਮਾ ਨੂੰ ਬ੍ਰਹਮ ਕੋਟੀ ਚੋਂ ਜੀਵ ਕੋਟੀ 'ਚ ਜਿਹੜੀ ਸਾਨੂੰ ਅਨੁਭਵ ਕਰਵਾਉਂਦੀ ਉਹ ਹੰਗਤਾ ਖਤਮ ਹੋ ਗਈ, ਹਉਮੈ ਮੁੱਕ ਗਈ। ਤਿਸ ਕਾ ਸ਼ਰੀਕ ਕੋ ਨਹੀਂ। ਕਹਿੰਦੇ ਫਿਰ ਐਸੇ ਬ੍ਰਹਮ ਗਿਆਨੀ ਦਾ ਕੋਈ ਸ਼ਰੀਕ ਨਹੀਂ, ਭਾਵ ਸ਼ਰੀਕਾ ਨਹੀਂ ਕਰ ਸਕਦਾ ਉਹਦੇ ਨਾਲ ਕੋਈ। ਰੱਬ ਨਾਲ ਕਿਸੇ ਨੇ ਕੀ ਸ਼ਰੀਕਾ ਕਰ ਲੈਣਾ ਹੁੰਦਾ, ਇਸੇ ਤਰ੍ਹਾਂ ਬ੍ਰਹਮ ਗਿਆਨੀ ਨਾਲ ਵੀ ਨਹੀਂ ਕੋਈ ਕਰ ਸਕਦਾ। ਤਿਸ ਕਾ ਸ਼ਰੀਕ ਕੋ ਨਹੀਂ ਨਾ ਕੋ ਕੰਟਕ ਵੈਰਾਈ। ਕਹਿੰਦੇ ਨਾ ਉਹਨੂੰ ਕੋਈ ਦੁੱਖ ਦੇਣ ਵਾਲਾ ਵੈਰੀ ਹੁੰਦਾ ਜਿਹੜਾ ਉਹਨੂੰ ਦੁਖੀ ਕਰ ਸਕੇ। ਜਿਵੇਂ ਪੰਜਵੇਂ ਪਾਤਸ਼ਾਹ ਜੀ ਨੂੰ ਦੁੱਖ ਦੇ ਰਹੇ ਨੇ, ਤੱਤੀ ਤਵੀ ਤੇ ਬਿਠਾਇਆ, ਸੀਸ ਵਿੱਚ ਤੱਤਾ ਰੇਤਾ ਪਾਉਂਦੇ ਪਏ ਨੇ, ਉਬਲਦੀ ਦੇਗ 'ਚ ਬਿਠਾਇਆ, ਪਰ ਫਿਰ ਵੀ ਪੰਜਵੇਂ ਪਾਤਸ਼ਾਹ ਕਹਿੰਦੇ ਸਭ ਕੋ ਮੀਤ ਹਨ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ। ਨਾ ਕੋ ਮੇਰਾ ਦੁਸ਼ਮਣ ਰਿਹਾ ਨਾ ਹਮ ਕਿਸ ਕੇ ਵੈਰਾਈ। ਮਹਾਰਾਜ ਕਹਿੰਦੇ ਨਾ ਮੇਰਾ ਕੋਈ ਦੁਸ਼ਮਣ ਆ ਨਾ ਅਸੀਂ ਕਿਸੇ ਦੇ ਵੈਰੀ ਹਾਂ। ਪਰ ਜੇ ਉਦਾਂ ਆਪਾਂ ਸੋਚੀਏ ਵੀ ਵੈਰੀ ਨਹੀਂ, ਮਹਾਰਾਜ ਤੱਤੀ ਤਵੀ ਤੇ ਤਾਂ ਤੁਹਾਨੂੰ ਬਿਠਾਇਆ ਹੋਇਆ ਇਹਨਾਂ ਨੇ, ਇਹ ਵੈਰੀ ਨੇ। ਮਹਾਰਾਜ ਕਹਿੰਦੇ ਹਾਂ ਇਹ ਵੈਰ ਕਰਦੇ ਨੇ, ਅਸੀਂ ਵੈਰ ਨਹੀਂ ਕਰਦੇ। ਮੇਰਾ ਵੈਰੀ ਕੋਈ ਨਹੀਂ, ਕਹਿੰਦੇ ਕਿਉਂਕਿ ਮੇਰਾ ਕਿਸੇ ਨਾਲ ਵੈਰ ਨਹੀਂ। ਤਿਸ ਕਾ ਸ਼ਰੀਕ ਕੋ ਨਹੀਂ ਨਾ ਕੋ ਕੰਟਕ ਵੈਰਾਈ। ਕੰਟਕ ਹੁੰਦਾ ਦੁੱਖ ਦੇਣ। ਕਹਿੰਦੇ ਕੋਈ ਦੁੱਖ ਦੇਣ ਵਾਲਾ ਵੈਰੀ ਪਰਮਾਤਮਾ ਦਾ ਨਹੀਂ ਹੁੰਦਾ। ਇਵੇਂ ਹੀ ਆਤਮਾ ਦੇ ਗਿਆਨੀਆਂ ਦਾ ਵੀ ਨਹੀਂ ਹੁੰਦਾ। ਨਿਹਚਲ ਰਾਜ ਹੈ ਸਦਾ ਤੇ ਸੁਕੇਰਾ। ਕਹਿੰਦੇ ਉਹਨਾਂ ਦਾ ਤਾਂ ਨਿਹਚਲ ਰਾਜ ਹੁੰਦਾ, ਬ੍ਰਹਮ ਗਿਆਨੀਆਂ ਦਾ
ਉਹ ਤਾਂ ਐਸੇ ਸਰੂਪ ਰੂਪੀ ਤਖਤ ਤੇ ਬੈਠੇ ਜਿਹਦੇ ਉੱਤੇ ਬਦਲ ਬਦਲ ਕੇ ਕਿਸੇ ਨੇ ਬਹਿਣਾ ਹੀ ਨਹੀਂ। ਦੁਨੀਆ ਦੇ ਰਾਜੇ ਤਾਂ ਬਦਲਦੇ ਰਹਿੰਦੇ, ਇੱਕ ਮਰ ਗਿਆ ਫਿਰ ਉਹਦਾ ਪੁੱਤਰ ਆ ਗਿਆ, ਫਿਰ ਉਹ ਮਰ ਗਿਆ ਉਹਦਾ ਪੁੱਤਰ ਆ ਗਿਆ, ਜਾਂ ਫਿਰ ਵੋਟਾਂ ਪਈਆਂ ਇੱਕ ਲੱਥ ਗਿਆ ਦੂਜਾ ਬੈਠ ਗਿਆ ਤਖਤ ਤੇ, ਫਿਰ ਦੂਜੇ ਨੂੰ ਘੱਟ ਪੈ ਗਈਆਂ ਉਹ ਉੱਤਰ ਗਿਆ, ਤੀਸਰੇ ਨੂੰ ਵੱਧ ਪੈ ਗਈਆਂ ਉਹ ਬੈਠ ਗਿਆ। ਕਹਿੰਦੇ ਇੱਥੇ ਤੇ ਬਦਲਦੇ ਰਹਿੰਦੇ, ਪਰ ਅਕਾਲ ਪੁਰਖ ਵਾਹਿਗੁਰੂ ਦੇ ਸਿੰਘਾਸਨ ਤੇ ਬਦਲ ਬਦਲ ਕੇ ਕੋਈ ਨਹੀਂ ਬਹਿੰਦਾ, ਉਹ ਇੱਕੋ ਹੀ ਹੈ ਸਦਾ ਵਾਸਤੇ। ਬ੍ਰਹਮ ਗਿਆਨੀ ਉਹਦੇ 'ਚ ਭੇਦ ਹੋ ਕੇ ਉਹ ਵੀ ਸਦਾ ਦੇ ਰਾਜਾ ਹੀ ਬਣ ਜਾਂਦੇ। ਨਿਸ਼ਚਲ ਰਾਜ ਹੈ ਸਦਾ ਤੇ ਸੁਕੇਰਾ, ਕਹਿੰਦੇ ਸਦਾ ਕਿਸੇ ਇੱਕ ਬੰਦੇ ਦਾ ਦੁਨੀਆ ਤੇ ਰਾਜ ਨਹੀਂ ਚੱਲਦਾ, ਪਰ ਪਰਮਾਤਮਾ ਦਾ ਇੱਕ ਦਾ ਹੀ ਚੱਲ ਰਿਹਾ ਸਦਾ, ਤੇ ਬ੍ਰਹਮ ਗਿਆਨੀ ਉਸੇ 'ਚ ਇਹ ਭੇਦ ਹੁੰਦੇ। ਨਾ ਆਵੇ ਨਾ ਜਾਈ, ਕਹਿੰਦੇ ਉਹ ਆਉਂਦੇ ਜਾਂਦੇ ਨਹੀਂ ਨਾ, ਜੰਮਣ ਮਰਨ ਨਹੀਂ ਹੁੰਦਾ। ਆਨ ਦਿਨ ਸੇਵਕ ਸੇਵਾ ਕਰੇ, ਦਿਨੇ ਰਾਤ ਉਹ ਸੇਵਕ ਬਣ ਕੇ ਸੇਵਾ ਕਰ, ਏਡੀ ਵੱਡੀ ਉੱਚੀ ਅਵਸਥਾ ਪ੍ਰਾਪਤ ਕਰਕੇ ਵੀ ਉਹ ਆਪਣੇ ਆਪ ਨੂੰ ਸੇਵਕ ਹੀ ਸਮਝਦੇ ਤੇ ਸੇਵਕ ਬਣ ਕੇ ਦਿਨੇ ਰਾਤ ਸੇਵਾ ਕਰਦੇ। ਆਨ ਦਿਨ ਸੇਵਕ ਸੇਵਾ ਕਰੇ, ਹਰ ਸੱਚੇ ਕੇ ਗੁਣ ਗਾਈ, ਕਹਿੰਦੇ ਹਰੀ ਸੱਚੇ ਦੇ ਗੁਣ ਗਾਉਂਦੇ ਰਹਿੰਦੇ ਨੇ ਹਰ ਵੇਲੇ। ਨਾਨਕ ਵੇਖ ਵਿਗਸਿਆ, ਉਹਨਾਂ ਨੂੰ ਦੇਖ ਕੇ ਕਹਿੰਦੇ ਪ੍ਰਮਾਤਮਾ ਪ੍ਰਸੰਨ ਹੁੰਦਾ। ਹਰ ਸੱਚੇ ਕੀ ਵਡਿਆਈ, ਇਹ ਉਸ ਸੱਚੇ ਪ੍ਰਮਾਤਮਾ ਦੀ ਵਡਿਆਈ ਹੈ, ਉਹ ਨਾਮ ਜਪਣ ਵਾਲਿਆਂ ਨੂੰ ਦੇਖ ਦੇਖ ਕੇ ਖੁਸ਼ ਹੁੰਦਾ, ਪ੍ਰਸੰਨ ਹੁੰਦਾ। ਪ੍ਰਮਾਤਮਾ ਦੀ ਪ੍ਰਸੰਨਤਾ ਹੁੰਦੀ ਉਹਨਾਂ ਤੇ, ਨਾਮ ਜਪਣ ਵਾਲਿਆਂ ਤੇ। ਪੌੜੀ ਜਿਨ ਕੈ ਹਰ ਨਾਮ ਵਸਿਆ ਸਾਧ ਹਿਰਦੈ, ਚੌਥੇ ਪਾਤਸ਼ਾਹ ਦੇ ਬਚਨ ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਸਦਾ ਨਾਮ ਵਸਦਾ, ਹਰ ਨਾਮੋ ਤਿਨ ਕਉ ਰੱਖਣ ਹਾਰਾ, ਕਹਿੰਦੇ ਉਹ ਨਾਮ ਹੀ ਉਹਨਾਂ ਦੀ ਰੱਖਿਆ ਕਰਦਾ ਜੇ ਭਾਈ। ਜਦੋਂ ਨਾਮ ਹਿਰਦੇ 'ਚ ਵਸਦਾ ਨਾ, ਉਹ ਨਾਮ ਹੀ ਉਹਨਾਂ ਦੀ ਰੱਖਿਆ ਕਰਦਾ। ਫਿਰ ਹਰ ਨਾਮ ਪਿਤਾ ਹਰ ਨਾਮੋ ਮਾਤਾ, ਉਹਨਾਂ ਵਾਸਤੇ ਨਾਮ ਹੀ ਮਾਤਾ, ਨਾਮ ਹੀ ਪਿਤਾ। ਜਿਹੜਾ ਤੂੰ ਠਾਕਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਪਰਮਾਤਮਾ ਨੂੰ ਕਹਿ ਰਹੇ ਮਹਾਰਾਜ ਤੁਸੀਂ ਸਾਡੇ ਮਾਤਾ ਪਿਤਾ ਜੀ, ਅਸੀਂ ਤੁਹਾਡੇ ਬੱਚੇ ਹਾਂ। ਹਰ ਨਾਮ ਪਿਤਾ ਹਰ ਨਾਮੋ ਮਾਤਾ, ਹਰ ਨਾਮ ਸਖਾਈ ਮਿੱਤਰ ਹਮਾਰਾ, ਕਹਿੰਦੇ ਨਾਮ ਹੀ ਸਾਡਾ ਸਖਾ ਸੰਬੰਧੀ ਹੈ ਤੇ ਨਾਮ ਹੀ ਸਾਡਾ ਮਿੱਤਰ ਹੈ। ਹਰ ਨਾਵੈ ਨਾਲ ਗੱਲਾਂ, ਕਹਿੰਦੇ ਉਹਨਾਂ ਦੀਆਂ ਤਾਂ ਗੱਲਾਂ ਵੀ ਨਾਮ ਦੀਆਂ ਹੀ ਹੁੰਦੀਆਂ। ਹਰ ਨਾਵੈ ਨਾਲ ਮਸਲਤ, ਮਸਲਤ ਹੁੰਦੀ ਸਲਾਹ, ਕਹਿੰਦੇ ਨਾਮ ਨਾਲ ਤੇ ਨਾਮੀ ਨਾਲ ਹੀ ਉਹ ਸਲਾਹ ਮਸ਼ਵਰਾ ਕਰਦੇ। ਹਰ ਨਾਮ ਹਮਾਰੀ ਕਰਦਾ ਨਿਤ ਸਾਰਾ, ਕਹਿੰਦੇ ਉਹ ਤਾਂ ਕਹਿੰਦੇ ਵੀ ਨਾਮ ਹੀ ਸਾਡੀ ਸੰਭਾਲ ਕਰਦਾ ਹਰ ਵੇਲੇ, ਨਿਤ ਸਾਡੀ ਸੰਭਾਲ ਪਰਮਾਤਮਾ ਦਾ ਨਾਮ ਹੀ ਕਰਦਾ। ਹਰ ਨਾਮ ਹਮਾਰੀ ਸੰਗਤ ਅਤ ਪਿਆਰੀ, ਕਹਿੰਦੇ ਨਾਮ ਹੀ ਸਾਡੀ ਸੰਗਤ ਹੈ ਜਿਹੜੀ ਸਭ ਤੋਂ ਵੱਧ ਪਿਆਰੀ ਸਾਨੂੰ, ਕਿਉਂਕਿ ਨਾਮ ਜਪਣ ਵਾਲੇ ਨੂੰ ਐਂ ਲੱਗਦਾ ਜਿੱਥੇ ਨਾਮ ਦੀ ਗੱਲ ਚੱਲਦੀ ਉਹੀ ਮੇਰੀ ਸੰਗਤ ਹੈ ਬਸ। ਜਿੱਥੇ ਨਾਮ ਦਾ ਵਿਚਾਰ ਚੱਲੇ, ਨਾਮ ਦਾ ਚਰਚਾ ਚੱਲੇ, ਕਹਿੰਦੇ ਇਹ ਸਾਡੀ ਪਿਆਰੀ ਸੰਗਤ ਹੈ। ਹਰ ਨਾਮ ਹਮਾਰੀ ਸੰਗਤ ਅਤ ਪਿਆਰੀ, ਕਹਿੰਦੇ ਨਾਮ ਜਪਣ ਵਾਲੀ ਸੰਗਤ ਸਾਡੀ ਬਹੁਤ ਪਿਆਰੀ ਸੰਗਤ ਹੈ। ਹਰ ਨਾਮ ਕੁਲ ਹਰ ਨਾਮ ਪਰਿਵਾਰ ਆ, ਕਹਿੰਦੇ ਅਸਲ ਵਿੱਚ ਹਰੀ ਦਾ ਨਾਮ ਹੀ ਸਾਡੀ ਕੁਲ ਹੈ, ਅਸੀਂ ਹਰੀ ਦੀ ਕੁਲ 'ਚ ਹੀ ਜਨਮ ਲਿਆ। ਹਰ ਨਾਮ ਪਰਿਵਾਰਾ, ਤੇ ਹਰੀ ਦਾ ਨਾਮ ਹੀ ਸਾਡਾ ਪਰਿਵਾਰ ਹੈ, ਭਾਵ ਨਾਮ ਜਪਣ ਵਾਲੇ ਹੀ ਮੇਰਾ ਪਰਿਵਾਰ ਨੇ। ਜਨ ਨਾਨਕ ਹਰ ਨਾਮ ਹਰ ਗੁਰ ਦੀ ਆ, ਕਹਿੰਦੇ ਇਹ ਨਾਮ ਸਾਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਗੁਰੂ ਨੇ ਦਿੱਤਾ। ਇਸ ਕਰਕੇ ਹੁਣ ਸਾਨੂੰ ਐਂ ਲੱਗਦਾ ਨਾਮ ਹੀ ਮਾਤਾ ਦੀ ਥਾਂ ਹੈ, ਨਾਮ ਹੀ ਪਿਤਾ ਦੀ, ਕਿਉਂਕਿ ਪਿਤਾ ਨੇ ਰੱਖਿਆ ਕਰਨੀ ਹੁੰਦੀ, ਨਾਮ ਹੀ ਰੱਖਿਆ ਕਰਦਾ। ਮਾਤਾ ਨੇ ਪਾਲਣਾ ਕਰਨੀ ਹੁੰਦੀ, ਨਾਮ ਹੀ ਪਾਲਣਾ ਕਰਦਾ। ਕਹਿੰਦੇ ਸਾਡੀ ਤਾਂ ਹਰ ਵੇਲੇ ਹੁਣ ਨਾਮ ਨਾਲ ਹੀ ਸੰਗਤ ਬਣੀ ਰਹਿੰਦੀ, ਕਿਉਂਕਿ ਹਿਰਦੇ 'ਚ ਨਾਮ ਚੱਲੀ ਜਾਂਦਾ। ਕਹਿੰਦੇ ਸਾਡੀ ਅਤ ਪਿਆਰੀ ਸੰਗਤ ਨਾਮ ਦੀ ਹੈ। ਪਰ ਇਹ ਨਾਮ ਜਨ ਨਾਨਕ ਹਰ ਨਾਮ ਹਰ ਗੁਰ ਦੀ ਆ, ਕਹਿੰਦੇ ਇਹ ਨਾਮ ਸਾਨੂੰ ਹਰੀ ਦੇ ਸਰੂਪ ਗੁਰੂ ਨੇ ਦਿੱਤਾ। ਹਰ ਹਲਤ ਪਲਤ ਸਦਾ ਕਰੇ ਨਿਸਤਾਰਾ, ਜਿਹੜਾ ਲੋਕ ਪਰਲੋਕ ਵਿੱਚ ਸਦਾ ਸਾਡਾ ਪਾਰ ਉਤਾਰਾ ਕਰਦਾ, ਸਾਡਾ ਸਹਾਈ ਹੈ, ਉਹ ਪ੍ਰਮਾਤਮਾ ਦਾ ਨਾਮ ਸਾਨੂੰ ਗੁਰੂ ਸਾਹਿਬ ਨੇ ਦਿੱਤਾ। ਇਹ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਅੱਜ ਦੇ ਇਸ ਸ਼ਬਦ ਵਿੱਚ। ਸੋ ਸਤਿਗੁਰੂ ਜੀ ਰਹਿਮਤ ਕਰਨ, ਮਹਾਰਾਜ ਜੀ ਦਾ ਨਾਮ ਜਪਣ ਦਾ ਬਲ ਆਪਾਂ ਨੂੰ ਵੀ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਪ੍ਰਾਪਤ ਹੋ ਜਾਵੇ। ਥੋੜ੍ਹਾ ਬਹੁਤਾ ਜਿੰਨੀ ਕੁ ਵੀ ਕਿਸੇ ਦੀ ਪਹੁੰਚ ਸਮਰੱਥਾ ਹੈ, ਪ੍ਰਮਾਤਮਾ ਦਾ ਨਾਮ ਜ਼ਰੂਰ ਜਪਣਾ ਚਾਹੀਦਾ, ਕਿਉਂਕਿ ਸਾਰਾ ਉਪਦੇਸ਼ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਣ ਦੇ ਪ੍ਰਥਾਏ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਲੇਖਿਆ ਕਤੇ ਨ ਛੁਟੀਆ ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਅਵਤਾਰ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਬ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾ ਹੋਰੀ ਕੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉ ਮਨ ਵਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸੱਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਹੈ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕੈ ਲਾਗੇ। ਕਹੈ ਨਾਨਕ ਤੈ ਸੁਖ ਹੋਆ ਤਿਤ ਕਾਰਨ ਹਦ ਵਾਜੇ। ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ